ਹੈਲੋ ਵੈਲਕਮ ਟੂ ਆਲ ਔਨ ਮਾਈ YouTube ਚੈਨਲ ਜਿੰਦਲ ਕੈਮਿਸਟਰੀ ਕਲਾਸਿਸ। ਜਿੱਦਾਂ ਕਿ ਆਪਾਂ ਪਿਛਲੇ ਦਿਨ ਤੋਂ ਕੰਟੀਨਿਊਸਲੀ ਇੱਕ ਇੱਕ ਕੁਐਸਚਨ ਦੋ ਦੋ ਕੁਐਸਚਨ ਜੋ ਪੁਰਾਣੇ ਕਨਸੈਪਟ ਨੇ PYQ ਬੇਸਡ ਨੇ ਉਹ ਆਪਣੇ YouTube ਚੈਨਲ ਦੇ ਉੱਪਰ ਅਪਲੋਡ ਕਰ ਰਹੇ ਹਾਂ। ਤਾਂ ਅੱਜ ਉਸ ਦੇ ਕੰਟੀਨਿਊਏਸ਼ਨ ਦੇ ਵਿੱਚ ਮੈਂ ਤੁਹਾਡੇ ਕੋਲ ਦੋ ਕੁਐਸਚਨਸ ਲੈ ਕੇ ਆਇਆ ਹਾਂ। ਕੁਐਸਚਨ ਨੰਬਰ 149 ਤੇ 50 ਇਹ ਤੁਹਾਡੇ PYQ ਦੇ ਹੀ ਕੁਐਸਚਨਸ ਨੇ ਜੋ ਮੈਂ ਚੱਕੇ ਹੋਏ ਨੇ ਤੁਹਾਡੇ, ਹੈ ਨਾ। ਇਹ ਕੀ ਨੇ, ਇਹ ਤੁਹਾਡੇ ਰਾਜੇ ਈਥਰ ਦੀਆਂ ਕੈਮੀਕਲ ਰਿਐਕਸ਼ਨਸ ਦੇ ਉੱਪਰ ਬੇਸਡ ਕੁਐਸਚਨਸ ਨੇ, ਹੈ ਨਾ। ਇੱਕੋ ਹੀ ਪੇਪਰ ਦੇ ਵਿੱਚ ਤੁਸੀਂ ਦੇਖੋ ਦੋ ਕੁਐਸਚਨ ਕੰਟੀਨਿਊਸਲੀ ਆਏ ਹੋਏ ਨੇ। ਕੁਐਸਚਨ ਕੀ ਹੈ, ਕਹਿੰਦੇ ਵਿਚ ਪ੍ਰੋਡਕਟ ਇਜ਼ ਫਾਰਮਡ ਵੈਨ ਡਾਈ ਇਥਾਈਲ ਈਥਰ ਇਜ਼ ਟ੍ਰੀਟਡ ਵਿਦ ਯਰ ਕੰਸਨਟ੍ਰੇਟਡ HI and which is the following best method for the formation of isopropyl methyl ether। ਇੱਕੋ ਹੀ ਕਨਸੈਪਟ ਹੈ, ਉਸਨੂੰ ਘੁਮਾ ਕੇ ਦੋ ਕੁਐਸਚਨ ਦੇ ਵਿੱਚ ਫਰੇਮ ਕਰਕੇ ਪੁੱਛਿਆ ਹੋਇਆ ਹੈ। ਤਾਂ ਕਨਸੈਪਟ ਬੇਸਿਕਲੀ ਕੀ ਹੈ, ਇਹ ਇੱਕ ਈਥਰ ਦੀ ਬਹੁਤ ਹੀ ਇੰਪੋਰਟੈਂਟ ਰਿਐਕਸ਼ਨ ਹੈ, ਦੈਟ ਇਜ਼ ਦਾ ਰਿਐਕਸ਼ਨ ਆਫ ਈਥਰ ਵਿਦ HI। ਪਹਿਲਾ ਕਨਸੈਪਟ ਸਮਝਦੇ ਹਾਂ, ਫਿਰ ਇਹਨਾਂ ਕੁਐਸਚਨਸ ਨੂੰ ਆਪਾਂ ਡਿਸਕਸ ਕਰਾਂਗੇ। ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ। ਇਸੇ ਗਰੁੱਪ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੇ ਟੈਲੀਗ੍ਰਾਮ ਚੈਨਲ ਦਾ ਲਿੰਕ ਤੇ ਮੇਰੇ WhatsApp ਗਰੁੱਪ ਦਾ ਲਿੰਕ ਤੁਹਾਨੂੰ ਅਵੇਲੇਬਲ ਹੋਏਗਾ, ਉਸ ਨੂੰ ਜੁਆਇਨ ਕਰ ਲਓ, ਜਿਹਦੇ ਵਿੱਚ ਮੈਂ ਅਪਡੇਟਸ ਦਿੰਦਾ ਰਹਿੰਦਾ ਹਾਂ, ਹੈ ਨਾ। ਕੋਈ ਵੀ ਅਗਰ ਕਿਤੇ ਵੀ ਜੌਬ ਵੈਕੈਂਸੀਜ਼ ਆਉਂਦੀਆਂ ਨੇ ਤਾਂ ਸਾਰੀ ਡਿਟੇਲ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਪਰ ਅਵੇਲੇਬਲ ਹੋ ਜਾਂਦੀ ਹੈ। ਤਾਂ ਪਹਿਲਾਂ ਆਪਾਂ ਕਨਸੈਪਟ ਸਮਝਦੇ ਹਾਂ, ਫਿਰ ਕੁਐਸਚਨਸ ਦੇ ਉੱਪਰ ਆਉਂਦੇ ਹਾਂ। ਤਾਂ ਬੜੀ ਇੱਕ ਫੇਮਸ ਜੋ ਰਿਐਕਸ਼ਨ ਹੈ ਆਪਣੀ, ਦੈਟ ਇਜ਼ ਦਾ ਰਿਐਕਸ਼ਨ ਆਫ ਯਰ ਈਥਰ ਵਿਦ HI। ਦੇਖੋ ਇੱਕ ਸਿੰਪਲ, ਅਗਰ ਮੈਂ ਈਥਰ ਦੀ ਗੱਲ ਕਰਾਂ ਤਾਂ ਤੁਹਾਡੇ ਕੋਲ ਈਥਰ ਪ੍ਰੈਜ਼ੈਂਟ ਹੈ। ਅਗਰ ਤੁਸੀਂ ਉਹਦੀ ਰਿਐਕਸ਼ਨ HI ਦੇ ਨਾਲ ਕਰਦੇ ਹੋ, ਦੇਖੋ ਆਰਗੈਨਿਕ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਹੁੰਦੀ ਹੈ, ਇਲੈਕਟ੍ਰੋਫਾਈਲ ਤੇ ਨਿਊਕਲੀਓਫਾਈਲ ਨੂੰ ਪਛਾਣਨਾ। HI ਬੜਾ ਹੀ ਸਟਰੋਂਗ ਐਸਿਡ ਹੈ, ਇਸ ਕਰਕੇ ਕੀ ਹੈ I ਕਿਉਂਕਿ ਇਲੈਕਟ੍ਰੋਨੈਗੇਟਿਵ ਜ਼ਿਆਦਾ ਹੈ, that acquires a partial negative charge and hydrogen acquires a partial positive charge and oxygen ਕੋਲ ਤੁਸੀਂ ਦੇਖ ਸਕਦੇ ਹੋ ਕਿ ਪਏ ਨੇ ਲੋਨ ਪੇਅਰ। ਸੋ ਆਕਸੀਜਨ ਦੇ ਲੋਨ ਪੇਅਰ ਕਿੱਦਾਂ ਐਕਟ ਕਰਨਗੇ, ਐਜ਼ ਅ ਨਿਊਕਲੀਓਫਾਈਲ and that will abstract a proton from HI। ਔਰ ਜਿੱਦਾਂ ਹੀ ਪ੍ਰੋਟੋਨ ਦੀ ਐਬਸਟ੍ਰੈਕਸ਼ਨ ਹੋਏਗੀ I ਨੈਗੇਟਿਵ ਦੀ ਫਾਰਮ ਚ, ਬਿਕੋਜ਼ ਬਹੁਤ ਹੀ ਅੱਛਾ ਲਿਵਿੰਗ ਗਰੁੱਪ ਹੈ, ਸਿਸਟਮ ਦੇ ਵਿੱਚੋਂ ਕੀ ਹੋ ਜਾਏਗਾ, ਰਿਮੂਵ ਹੋ ਜਾਏਗਾ। ਤੇ ਪਹਿਲੇ ਸਟੈਪ ਦੇ ਵਿੱਚ ਕੀ ਹੋ ਜਾਏਗਾ, ਆਪਣੇ ਕੋਲ ਪ੍ਰੋਟੋਨੇਸ਼ਨ ਹੋ ਜਾਏਗਾ, ਹੈ ਨਾ। ਸੋ ਦੇयर इज अ ਪ੍ਰੋਟੋਨੇਸ਼ਨ ਪਾਰਟ। ਇਹ ਚੀਜ਼ ਸਮਝ ਪਾ ਰਹੇ ਹੋ। ਹੁਣ ਦੇਖੋ ਤੁਹਾਡੇ ਕੋਲ ਦੋ ਆਪਸ਼ਨਸ ਨੇ। ਹੁਣ ਤੁਹਾਡੇ ਕੋਲ ਕੀ ਹੈ, ਆਕਸੀਜਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਚੁੱਕਿਆ ਹੈ, ਹਾਈਲੀ ਅਨਸਟੇਬਲ। ਹੁਣ I ਨੈਗੇਟਿਵ ਕੋਲ ਦੇਖੋ ਦੋ ਆਪਸ਼ਨਸ ਨੇ, ਆਈਦਰ ਇਟ ਕੈਨ ਅਟੈਕ ਔਨ ਦਾ R2 ਪਾਰਟ ਤਾਂ ਕਿ ਬੌਂਡ ਏਦਾਂ ਕਲੀਵ ਹੋ ਸਕੇ, ਠੀਕ ਹੈ। ਔਰ ਦੂਜਾ ਆਪਸ਼ਨ ਕੀ ਹੈ ਤੁਹਾਡੇ ਕੋਲ, ਕਿਉਂਕਿ ਦੇਖੋ ਆਕਸੀਜਨ ਦੇ ਉੱਪਰ ਪੋਜ਼ਿਟਿਵ ਚਾਰਜ ਸਟੇਬਲ ਤਾਂ ਹੈ ਨਹੀਂ, ਤਾਂ ਆਈਦਰ ਆਫ ਦੀ ਟੂ ਬੌਂਡਸ ਇਹਨਾਂ ਨੂੰ ਕਲੀਵ ਕਰਨਾ ਪੈਣਾ ਹੈ ਆਪਾਂ ਨੂੰ। ਤਾਂ ਦੋ ਆਪਸ਼ਨਸ ਨੇ I ਨੈਗੇਟਿਵ ਕੋਲ, ਜਾਂ ਤਾਂ ਉਹ R2 ਤੇ ਅਟੈਕ ਕਰੇ ਜਾਂ ਉਹ R1 ਤੇ ਅਟੈਕ ਕਰੇ, ਹੈ ਨਾ। ਹੁਣ ਦੇਖੋ ਇਹ ਸਿਚੁਏਸ਼ਨਸ ਨੂੰ ਡੀਲ ਕਰਨ ਦੇ ਲਈ ਕਿ ਆਪਾਂ ਅਟੈਕ ਕਿੱਥੇ ਕਰਵਾਉਣਾ ਹੈ, ਤਾਂ ਆਪਾਂ ਇੱਕ ਸਮਰੀ ਬਣਾ ਕੇ ਤੁਹਾਨੂੰ ਮੈਂ ਦੇ ਦਿੰਦਾ ਹਾਂ, ਚੀਜ਼ਾਂ ਨੂੰ ਸਮਝਿਓ। ਅਗਰ ਤੁਹਾਡੇ ਕੋਲ R1 ਜਾਂ R2 ਦੋਨਾਂ ਚੋਂ, ਹੈ ਨਾ, ਕੋਈ ਵੀ ਅਗਰ ਦੋਨੋਂ ਤੁਹਾਡੇ ਕੀ ਹੁੰਦੇ ਨੇ, ਪ੍ਰਾਇਮਰੀ ਹੁੰਦੇ ਨੇ, ਪ੍ਰਾਇਮਰੀ ਨੇ, ਤਾਂ ਇਹ ਜੋ ਮਕੈਨਿਜ਼ਮ ਹੈ ਉਹ SN2 ਨੂੰ ਫੋਲੋ ਕਰਦਾ ਹੈ, ਬਾਇਓਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ, ਜਿੱਥੇ ਆਪਾਂ ਸਟੈਰਿਕ ਕਰਾਊਡ ਦੇਖਦੇ ਹਾਂ। ਆਈ ਹੋਪ ਕਿ ਤੁਹਾਨੂੰ ਇਹ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਅਗਰ SN2 ਹੈ ਤਾਂ ਆਪਾਂ ਅਟੈਕ ਕਿੱਥੇ ਕਰਦੇ ਹਾਂ, ਜਿੱਥੇ ਸਟੈਰਿਕ ਕਰਾਊਡ ਕੀ ਹੁੰਦਾ, ਸਭ ਤੋਂ ਘੱਟ ਹੁੰਦਾ ਹੈ। ਪ੍ਰਾਇਮਰੀ ਤੇ ਰਿਐਕਸ਼ਨ ਫਾਸਟ ਹੁੰਦੀ ਹੈ, ਟਰਸ਼ਰੀ ਤੇ ਰਿਐਕਸ਼ਨ ਸਲੋ ਹੁੰਦੀ ਹੈ। ਅਗਰ ਦੋਨਾਂ ਵਿੱਚੋਂ R1 ਜਾਂ R2 ਦੋ ਵਿੱਚੋਂ ਆਈਦਰ ਆਫ them, ਹੈ ਨਾ, ਆਈਦਰ ਆਫ them ਅਗਰ ਕੋਈ ਵੀ ਇੱਕ ਟਰਸ਼ਰੀ ਹੋ ਗਿਆ ਤਾਂ ਰਿਐਕਸ਼ਨ ਕੀ ਜਾਂਦੀ ਹੈ ਤੁਹਾਡੀ SN1 ਪਾਥਵੇ ਤੇ ਜਾਂਦੀ ਹੈ। ਅਗਰ ਦੋਨੋਂ ਟਰਸ਼ਰੀ ਨੇ ਤਾਂ ਅਗੇਨ ਦੋਨੋਂ ਟਰਸ਼ਰੀ ਵੈਸੇ ਹੋਣਗੇ ਨਹੀਂ, ਅਗਰ ਇੱਕ ਇਹਨਾਂ ਚੋਂ ਕੀ ਹੈ, ਤੁਹਾਡੇ ਦੋਨਾਂ ਚੋਂ ਇੱਕ ਟਰਸ਼ਰੀ ਹੈ ਤਾਂ ਇਹ ਕਿਹੜੇ ਪ੍ਰੋਸੈਸ ਦੇ ਨਾਲ ਜਾਏਗਾ, ਤੁਹਾਡਾ SN1। SN1 ਚ ਕੀ ਬਣਦਾ ਹੈ, ਤੁਹਾਡਾ ਕਾਰਬੋਕੇਟਾਈਨ ਫਾਰਮੇਸ਼ਨ ਬਣਦਾ ਹੈ, ਜਿੱਥੇ ਟਰਸ਼ਰੀ ਥੋੜਾ ਜ਼ਿਆਦਾ ਸਟੇਬਲ ਹੁੰਦਾ ਹੈ ਦੈਨ ਸੈਕੰਡਰੀ ਦੈਨ ਪ੍ਰਾਇਮਰੀ। ਔਰ ਅਗਰ ਕੋਈ ਇੱਕ ਸੈਕੰਡਰੀ ਹੈ, ਇੱਕ ਤੁਹਾਡੇ ਕੋਲ ਪ੍ਰਾਇਮਰੀ ਹੈ ਨਾ, ਦੈਨ ਆਲਸੋ ਜੋ ਰਿਐਕਸ਼ਨ ਹੈ ਉਹ ਤੁਹਾਡੀ SN1 SN2 ਪਾਥਵੇ ਦੇ ਥਰੂ ਕੀ ਹੋਏਗੀ, ਤੁਹਾਡੀ ਪ੍ਰੋਸੀਡ ਕਰੇਗੀ। ਇਹਨਾਂ ਚੀਜ਼ਾਂ ਨੂੰ ਬਸ ਥੋੜਾ ਜਿਹਾ ਤੁਸੀਂ ਧਿਆਨ ਵਿੱਚ ਰੱਖਣਾ ਹੈ ਔਰ ਰਿਐਕਸ਼ਨ ਨੂੰ ਕੀ ਕਰਨਾ ਹੈ, ਤੁਸੀਂ ਪ੍ਰੋਸੀਡ ਕਰਨਾ ਹੈ। ਹੁਣ ਦੇਖੋ ਅਗਰ ਮੈਂ ਮੰਨ ਲੈਣਾ ਹਾਂ ਕਿ ਮੇਰੇ ਕੋਲ ਦੋਨੋਂ ਹੀ R1 ਨੇ ਤਾਂ ਮੈਂ ਇੱਕ ਤੇ ਅਟੈਕ ਕਰਵਾਉਂਗਾ। ਲੈਟ ਸਪੋਜ਼ ਮੈਂ R2 ਤੇ ਅਟੈਕ ਕਰਵਾਤਾ ਰਿਐਕਸ਼ਨ ਕੰਪਲੀਟ ਕਰਨ ਦੇ ਲਈ, ਔਰ ਬੌਂਡ ਨੂੰ ਕੀ ਕਰ ਦਿੰਦਾ, ਸ਼ਿਫਟ ਕਰ ਦਿੰਦਾ। ਤਾਂ ਜਿੱਦਾਂ ਹੀ ਮੈਂ ਸ਼ਿਫਟ ਕੀਤਾ ਤਾਂ ਇੱਕ ਪਾਸੇ ਮੇਰੇ ਕੋਲ ਦੇਖੋ ਕੀ ਬਣ ਰਿਹਾ ਹੈ, ਐਲਕੋਹਲ, ਔਰ ਦੂਜੇ ਪਾਸੇ ਮੇਰੇ ਕੋਲ ਕੀ ਬਣ ਰਿਹਾ ਹੈ, ਤੁਹਾਡੇ ਕੋਲੇ ਐਲਕਾਈਲ ਆਇਓਡਾਈਡ, ਹੈ ਨਾ। ਇਹ ਕਦੋਂ ਰਿਐਕਸ਼ਨ ਹੋ ਰਹੀ ਹੈ, ਜਦੋਂ ਤੁਹਾਡੇ ਕੋਲ 1 ਮੋਲ ਗਿਵਨ ਹੈ। ਅਗਰ ਮੰਨ ਲਓ ਤੁਹਾਡੇ ਕੋਲ ਇਹੀ ਸੇਮ ਰਿਐਕਸ਼ਨ ਗਿਵਨ ਹੋਵੇ HI ਐਕਸੈਸ ਦੇ ਵਿੱਚ, ਹੈ ਨਾ, HI ਐਕਸੈਸ ਦੇ ਵਿੱਚ ਪ੍ਰੈਜ਼ੈਂਟ ਹੈ, ਤਾਂ ਦੇਖੋ ਤੁਹਾਡੇ ਕੋਲ ਜੋ ਐਲਕੋਹਲ ਬਣਿਆ ਹੈ, ਐਲਕੋਹਲ ਫਰਦਰ ਤੁਹਾਨੂੰ ਪਤਾ ਹੈ ਬੱਚਾ ਕਿ ਐਲਕੋਹਲ ਜੋ ਹੈ ਉਹ HI ਦੇ ਨਾਲ ਫਰਦਰ ਰਿਐਕਸ਼ਨ ਕਰੇਗਾ, ਅਗੇਨ ਆਕਸੀਜਨ ਦੇ ਲੋਨ ਪੇਅਰ ਅਟੈਕ ਕਰਨਗੇ ਤੁਹਾਡੇ H ਪੋਜ਼ਿਟਿਵ ਦੇ ਉੱਪਰ, ਆਇਓਡਾਈਡ ਤੁਹਾਡਾ ਬਾਹਰ ਨਿਕਲੇਗਾ। ਤਾਂ ਫਸਟ ਸਟੈਪ ਕੀ ਹੋਏਗਾ, ਇੱਥੇ ਪ੍ਰੋਟੋਨੇਸ਼ਨ ਹੋਏਗੀ। ਜਿੱਦਾਂ
ही प्रोटोनेशन होया वाटर एक अच्छा लिविंग ग्रुप है सिस्टम चो बाहर जाएगा दैट विल जनरेट आर पॉजिटिव और जिदा ही आर पॉजिटिव जनरेट होएगा आई नेगेटिव इस ते अटैक कर देगा और फाइनल प्रोडक्ट की बन जाएगा एल्काइल ਹੈਲਾਈਡ ਬਣ ਜਾਏਗਾ ਦੈਟ ਮੀਨਸ ਜਦੋਂ ਰਿਐਕਸ਼ਨ ਦੇ ਵਿੱਚ 1 ਮੋਲ HI ਯੂਜ਼ ਕਰ ਰਹੇ ਹੋ ਤਾਂ ਪ੍ਰੋਡਕਟ ਬਣਨਗੇ ਐਲਕੋਹਲ ਪਲੱਸ ਐਲਕਾਈਲ ਹੈਲਾਈਡ ਪਰ ਅਗਰ ਤੁਸੀਂ ਐਕਸੈਸ ਦੇ ਵਿੱਚ ਯੂਜ਼ ਕਰ ਰਹੇ ਹੋ ਤਾਂ ਦੋਨੋਂ ਪ੍ਰੋਡਕਟ ਕੀ ਬਣਨਗੇ ਤੁਹਾਡੇ ਕੋਲੇ ਐਲਕਾਈਲ ਹੈਲਾਈਡ ਬਣਨਗੇ ਜੋ ਐਲਕੋਹਲ ਬਣਿਆ ਸੀ ਦੈਟ ਫਰਦਰ ਕਨਵਰਟ ਹੋ ਜਾਏਗਾ ਤੁਹਾਡੇ ਐਲਕਾਈਲ ਹੈਲਾਈਡ ਦੇ ਵਿੱਚ ਆਈ ਹੋਪ ਕਿ ਇਹ ਚੀਜ਼ਾਂ ਹੁਣ ਕਲੀਅਰ ਹੋ ਗਈਆਂ ਹੋਣਗੀਆਂ ਹੁਣ ਆਪਾਂ ਕੁਐਸਚਨ ਤੇ ਚੱਲਦੇ ਹਾਂ ਇੱਕ ਕੁਐਸਚਨ ਨੂੰ ਪ੍ਰੈਕਟਿਸ ਕਰਦੇ ਹਾਂ ਫਿਰ ਆਪਾਂ ਇਹਨਾਂ ਨੂੰ ਦੇਖਦੇ ਹਾਂ ਹੈਨਾ ਤਾਂ ਕੁਐਸਚਨ ਇੱਕ ਫਰੇਮ ਕਰ ਲੈਂਦੇ ਹਾਂ ਜਿਵੇਂ ਮੰਨ ਲਓ ਲੈਟਸ ਸਪੋਜ਼ ਤੁਹਾਡੇ ਕੋਲ ਕੁਐਸਚਨ ਕੀ ਹੈ CH3 CH2O CH3 मान लो ये क्वेश्चन है ਇਹਦੀ ਰਿਐਕਸ਼ਨ ਤੁਸੀਂ HI ਦੇ ਨਾਲ ਕਰਵਾ ਰਹੇ ਹੋ ਤਾਂ ਦੇਖੋ ਪਹਿਲਾ ਸਟੈਪ ਕੀ ਹੈ ਅਗੇਨ ਪਹਿਲਾ ਸਟੈਪ ਦੇ ਵਿੱਚ ਪ੍ਰੋਟੋਨੇਸ਼ਨ ਹੋਣੀ ਹੈ ਨੋ ਡਾਊਟ ਪ੍ਰੋਟੋਨੇਸ਼ਨ ਕਰਵਾ ਦਿਓ ਮੇਨ ਤਾਂ ਦਿੱਕਤ ਆਂਦੀ ਹੈ ਦੂਜੇ ਸਟੈਪ ਦੇ ਉੱਪਰ ਕਿ ਜੋ ਦੂਜੇ ਤੇ ਸਟੈਪ ਦੇ ਉੱਪਰ I ਨੈਗੇਟਿਵ ਦਾ ਤੁਸੀਂ ਬੱਚਾ ਅਟੈਕ ਕਰਨਾ ਹੈ ਉਹ ਕਿੱਥੇ ਕਰੋਗੇ ਹੁਣ ਤੁਹਾਡੇ ਕੋਲ ਦੋ ਆਪਸ਼ਨਸ ਅਵੇਲੇਬਲ ਨੇ ਆਈਦਰ ਦਿਸ ਸਾਈਡ ਆਈਦਰ ਦਿਸ ਸਾਈਡ ਤੁਸੀਂ ਦੇਖੋ ਦੋਨੋਂ ਹੀ ਪ੍ਰਾਇਮਰੀ ਨੇ ਤਾਂ ਪ੍ਰਾਇਮਰੀ ਦੇ ਵਿੱਚ ਕਿਹੜਾ ਮੈਕੈਨਿਜ਼ਮ ਚੱਲਦਾ ਹੈ SN2 ਮਤਲਬ ਅਟੈਕ ਹੋਣਾ ਬੈਕ ਸਾਈਡ ਤੋਂ ਉੱਥੇ ਅਟੈਕ ਹੋਏਗਾ ਜਿੱਥੇ ਸਟੈਰਿਕ ਕਰਾਊਡ ਕੀ ਹੁੰਦਾ ਹੈ ਤੁਹਾਡਾ ਘੱਟ ਹੋਏਗਾ ਸਟੈਰਿਕ ਕਰਾਊਡ ਦੇਖੋ ਇਸ ਸਾਈਡ ਤੇ ਸਟੈਰਿਕ ਕਰਾਊਡ ਜ਼ਿਆਦਾ ਹੈ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਸਟੈਰਿਕ ਕਰਾਊਡ ਘੱਟ ਹੈ ਹਿੰਡਰੈਂਸ ਘੱਟ ਹੈ ਤਾਂ I ਨੈਗੇਟਿਵ ਕਿੱਥੇ ਅਟੈਕ ਕਰੇਗਾ ਤੁਹਾਡੇ ਇਸ ਸਾਈਡ ਤੋਂ ਔਰ ਥੋੜਾ ਬੌਂਡ ਇਸ ਤਰ੍ਹਾਂ ਸ਼ਿਫਟ ਹੋ ਜਾਏਗਾ ਔਰ ਪ੍ਰੋਡਕਟ ਕੀ ਬਣੇਗਾ ਤੁਹਾਡੇ ਕੋਲੇ देयर विल बी अ फॉर्मेशन ऑफ योर इथेनॉल प्लस ਮਿਥਾਈਲ ਆਇਓਡਾਈਡ ਇਹ ਤੁਹਾਡੇ ਮੇਜਰ ਪ੍ਰੋਡਕਟ ਬਣਨਗੇ ਹੈਨਾ ਅਗਰ ਤੁਸੀਂ ਮੰਨ ਲਓ ਆਪੋਜ਼ਿਟ ਸਾਈਡ ਤੇ ਅਟੈਕ ਕੀਤਾ ਤਾਂ ਤੁਹਾਡਾ ਪ੍ਰੋਡਕਟ ਕੀ ਬਣੂਗਾ CH3 CH2I ਇਥਾਈਲ ਆਇਓਡਾਈਡ ਪਲੱਸ ਮਿਥੇਨੋਲ ਜੋ ਕਿ ਤੁਹਾਡੇ ਮਾਈਨਰ ਪ੍ਰੋਡਕਟ ਬਣਨਗੇ ਇਹ ਚੀਜ਼ ਦਾ ਧਿਆਨ ਰੱਖਣਾ ਪੇਪਰ 'ਚ ਇਦਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਹੁਣ ਜਦੋਂ ਆਪਾਂ ਕੁਐਸਚਨ ਨੂੰ ਸੋਲਵ ਕਰਾਂਗੇ ਨਾ ਤਾਂ ਉੱਥੇ ਤੁਹਾਡੇ ਕੋਲ ਕਲੈਰਿਟੀ ਵੀ ਆ ਜਾਏਗੀ ਠੀਕ ਹੈ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਔਰ ਅਗਰ ਮੰਨ ਲਓ ਤੁਹਾਡੇ ਕੋਲ ਸਿਸਟਮ ਦੇ ਵਿੱਚ ਕੋਈ ਅਜਿਹਾ ਸਿਸਟਮ ਪ੍ਰੈਜ਼ੈਂਟ ਹੈ ਜਿਹੜਾ ਤੁਹਾਡੇ ਕੋਲ ਕੀ ਹੁੰਦਾ ਹੈ ਇੱਕ ਸਟੇਬਲ ਕਾਰਬੋਕੇਟਾਈਨ ਦੀ ਫਾਰਮੇਸ਼ਨ ਕਰ ਸਕੇ ਤਾਂ ਆਪਾਂ ਸਿਸਟਮ ਨੂੰ ਉਹਦੇ ਅਕੋਰਡਿੰਗ ਕੀ ਕਰਾਂਗੇ ਪ੍ਰੋਸੀਡ ਕਰਾਂਗੇ ਲੈਟਸ ਸਪੋਜ਼ ਜਿਵੇਂ ਤੁਹਾਡੇ ਕੋਲ ਆਹ ਸਿਸਟਮ ਹੈ CH2O CH3 ਤਾਂ ਹੁਣ ਤੁਸੀਂ ਦੇਖੋ ਅਗਰ ਇਹਦੀ ਰਿਐਕਸ਼ਨ ਤੁਸੀਂ HI ਨਾਲ ਕਰ ਰਹੇ ਹੋ ਤਾਂ ਪ੍ਰੋਡਕਟ ਕੀ ਡਰਾ ਕਰੋਗੇ ਹੁਣ ਦੇਖੋ ਅਗੇਨ ਪਹਿਲੇ ਸਟੈਪ ਦੇ ਵਿੱਚ ਕੀ ਹੋਏਗੀ ਪ੍ਰੋਟੋਨੇਸ਼ਨ ਹੋਏਗੀ ਮੈਂ ਪ੍ਰੋਟੋਨੇਸ਼ਨ ਕਰ ਦੇਣਾ ਤੁਸੀਂ ਕਹੋਗੇ ਸਰ ਇੱਧਰ ਵੀ ਪ੍ਰਾਇਮਰੀ ਹੈ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਵੀ ਪ੍ਰਾਇਮਰੀ ਹੈ ਪਰ ਦੇਖੋ ਜਦੋਂ ਤੁਸੀਂ ਇੱਧਰ ਲੈਫਟ ਸਾਈਡ ਤੇ ਦੇਖੋਗੇ ਜਦੋਂ ਇੱਥੇ ਤੁਹਾਡੇ ਕੋਲ ਜਦੋਂ ਤੁਸੀਂ ਬੌਂਡ ਨੂੰ ਇਦਾਂ ਕਲੀਵ ਕਰੋਗੇ ਤਾਂ ਜੋ ਪੋਜ਼ਿਟਿਵ ਚਾਰਜ ਆਏਗਾ ਉਹ ਰੈਜ਼ੋਨੈਂਸ ਸਟੇਬਲਾਈਜ਼ਡ ਹੈ ਔਰ ਰੈਜ਼ੋਨੈਂਸ ਸਟੇਬਲਾਈਜ਼ਡ ਹੈ ਮਤਲਬ ਕਾਰਬੋਕੇਟਾਈਨ ਸਟੇਬਲ ਬਣ ਰਿਹਾ ਕਾਰਬੋਕੇਟਾਈਨ ਕਿਸ ਮੈਕੈਨਿਜ਼ਮ ਚ ਬਣਦਾ ਹੈ SN1 that means reaction ਕਾਰਬੋਕੇਟਾਈਨ ਮੈਕੈਨਿਜ਼ਮ ਦੇ ਨਾਲ ਕੀ ਕਰੇਗੀ ਤੁਹਾਡੀ ਪ੍ਰੋਸੀਡ ਕਰੇਗੀ that means ਇਹ ਬੌਂਡ ਇਸ ਤਰ੍ਹਾਂ ਸ਼ਿਫਟ ਕਰੇਗਾ ਤਾਂ ਕਿ ਆਪਣੇ ਕੋਲ ਕੀ ਜਨਰੇਟ ਕਰ ਸਕੇ ਇੱਥੇ ਕਾਰਬੋਕੇਟਾਈਨ ਔਰ ਕਾਰਬੋਕੇਟਾਈਨ ਤੁਹਾਨੂੰ ਪਤਾ ਹੈ ਜ਼ਿਆਦਾ ਸਟੇਬਲ ਹੁੰਦਾ ਹੈ ਜਿੱਦਾਂ ਹੀ ਕਾਰਬੋਕੇਟਾਈਨ ਬਣੇਗਾ ਪੋਜ਼ਿਟਿਵ ਚਾਰਜ ਆਏਗਾ I ਨੈਗੇਟਿਵ ਇਸ ਤੇ ਅਟੈਕ ਕਰਕੇ ਇਹ ਪ੍ਰੋਡਕਟ ਬਣਾ ਦੇਗਾ ਔਰ ਲੈਫਟ ਰਾਈਟ ਸਾਈਡ ਤੋਂ ਕੀ ਬਣ ਜਾਏਗਾ ਤੁਹਾਡੇ ਕੋਲੇ ਮਿਥੇਨੋਲ ਪ੍ਰੋਡਕਟ ਬਣ ਜਾਏਗਾ ਸੋ ਆਈ ਹੋਪ ਕਿ ਤੁਹਾਨੂੰ ਮੈਕੈਨਿਜ਼ਮ ਕਲੀਅਰ ਹੋ ਗਿਆ ਹੋਣਾ ਹੈ ਹੁਣ ਆਪਾਂ ਚੱਲਦੇ ਹਾਂ ਤੁਹਾਡੇ ਬੈਕ ਆਪਣੇ ਕੁਐਸਚਨਸ ਦੇ ਉੱਪਰ ਜੋ ਤੁਹਾਡੇ ਪ੍ਰੀਵੀਅਸ ਈਅਰ ਦੇ ਵਿੱਚ ਪੁੱਛੇ ਗਏ ਸੀ ਤਾਂ ਕੁਐਸਚਨ ਨੰਬਰ ਦੇਖੋ 49 ਹੁਣ ਸਮਝੋ ਕੁਐਸਚਨ ਨੰਬਰ 49 ਦੇ ਵਿੱਚ ਕੀ ਦਿੱਤਾ ਹੋਇਆ ਸੀ ਆਪਾਂ ਦੇਖਣਾ ਡਾਈ ਇਥਾਈਲ ਈਥਰ ਹੈ ਦੈਟ ਮੀਨਸ CH3 CH2O CH3 CH3 CH2 CH3 ਬੇਟਾ HI ਦੇ ਨਾਲ ਰਿਐਕਸ਼ਨ ਕਰਵਾ ਰਹੇ ਹੋ ਤਾਂ ਦੇਖੋ ਦੋਨੋਂ ਪਾਸੇ ਸੇਮ ਹੀ ਸਾਈਡ ਹੈ ਜਿੱਧਰ ਮਰਜ਼ੀ ਤੁਸੀਂ ਪ੍ਰੋਡਕਟ ਮੰਨ ਲਓ ਕੰਸਨਟ੍ਰੇਟਡ HI ਦੇ ਨਾਲ ਤੁਹਾਡੀ ਕੀ ਹੋ ਰਹੀ ਹੈ ਰਿਐਕਸ਼ਨ ਹੋ ਰਹੀ ਹੈ ਤਾਂ ਕੰਸਨਟ੍ਰੇਟਡ HI ਦੇ ਨਾਲ ਜਦੋਂ ਤੁਸੀਂ ਇਹਦੀ ਰਿਐਕਸ਼ਨ ਪ੍ਰੋਸੀਡ ਕਰੋਗੇ ਤਾਂ ਤੁਸੀਂ ਦੇਖੋ ਇੱਥੇ ਤੁਹਾਡੇ ਕੋਲ ਜੋ ਪ੍ਰੋਡਕਟ ਬਣੇਗਾ ਉਹ ਕੀ ਬਣ ਰਿਹਾ ਹੈ ਆਪਾਂ ਇੱਥੇ ਫਾਰਮ ਕਰਦੇ ਹਾਂ ਹੈਨਾ ਤਾਂ ਦੇਖੋ ਸਭ ਤੋਂ ਪਹਿਲੇ ਸਟੈਪ ਦੇ ਵਿੱਚ ਕੀ ਹੋਏਗੀ ਤੁਹਾਡੀ ਪ੍ਰੋਟੋਨੇਸ਼ਨ ਹੋ ਜਾਏਗੀ ਪ੍ਰੋਟੋਨੇਸ਼ਨ ਕਰੋ ਸੋ देयर इज अ प्रोटोनेशन ਇੱਥੇ ਤੁਹਾਡੇ ਕੋਲ ਪ੍ਰੋਟੋਨੇਸ਼ਨ ਹੋ ਜਾਏਗਾ ਹੁਣ ਦੇਖੋ ਦੋਨੋਂ ਸਾਈਡ ਤੇ ਤੁਹਾਡੇ ਇਥਾਈਲ ਗਰੁੱਪਸ ਨੇ ਤਾਂ ਅਟੈਕ ਕਿਤੇ ਵੀ ਹੋ ਸਕਦਾ ਹੈ ਤਾਂ ਇਹਦੇ ਵਿੱਚ ਤਾਂ ਕੋਈ ਬਹੁਤੀ ਜ਼ਿਆਦਾ ਡਿਫਿਕਲਟੀ ਵਾਲੀ ਗੱਲ ਨਹੀਂ ਹੈਗੀ I ਨੈਗੇਟਿਵ ਕਿਸੇ ਵੀ ਪਾਸੇ ਤੇ ਅਟੈਕ ਕਰ ਸਕਦਾ ਮੰਨ ਲਓ ਮੈਂ ਇਸ ਕਾਰਬਨ ਤੇ ਅਟੈਕ ਕੀਤਾ ਔਰ ਇਸ ਨੂੰ ਇਦਾਂ ਬ੍ਰੇਕ ਕਰ ਦਿੱਤਾ ਹੈ ਨਾ ਤਾਂ ਆਪਣੇ ਕੋਲ ਸਿਸਟਮ ਦੇ ਵਿੱਚ ਕਾਦੇ ਵਿੱਚ ਕਨਵਰਟ ਹੋ ਜਾਊਗਾ CH3 CH2I CH3 CH2 OH है ना ਹੁਣ ਤੁਸੀਂ ਦੇਖੋ ਧਿਆਨ ਦੇ ਨਾਲ ਆਪਣੇ ਕੋਲ ਕੀ ਗਿਵਨ ਹੈ ਕੰਸਨਟ੍ਰੇਟਡ HI ਦਾ ਮਤਲਬ HI ਦਾ ਅਮਾਉਂਟ ਬਹੁਤ ਜ਼ਿਆਦਾ ਹੈ ਐਕਸੈਸ ਦੇ ਵਿੱਚ ਗਿਵਨ ਹੈ ਤਾਂ ਉਹ ਫਰਦਰ ਐਲਕੋਹਲ ਨੂੰ ਕਾਦੇ ਵਿੱਚ ਕਨਵਰਟ ਕਰ ਦੇਗੀ ਤੁਹਾਡੇ ਆਇਓਡਾਈਡ ਦੇ ਵਿੱਚ ਹੈ ਨਾ ਤਾਂ ਆਪਣੇ ਕੋਲ ਕੀ ਬਣ ਜਾਏਗਾ ਸਿਰਫ ਤੇ ਸਿਰਫ ਇਥਾਈਲ ਆਇਓਡਾਈਡ ਬਣੇਗਾ दैट मींस ਇਸ ਕੁਐਸਚਨ ਦਾ ਜੋ ਕਰੈਕਟ ਆਪਸ਼ਨ ਆਣਾ ਸੀ दैट इज योर डी ਆਪਸ਼ਨ ਆਈ ਹੋਪ ਕਿ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ ਕਨਸੈਪਟ ਕਲੀਅਰ ਹੈ ਕੁਐਸਚਨ ਨੰਬਰ 50 ਦੇਖੋ ਕੁਐਸਚਨ ਨੰਬਰ 50 ਦੇ ਵਿੱਚ ਕੀ ਹੈ कि आपका बनाना है which of the following is the best method for making isopropyl
ਮਿਥਾइल ईथर आइसोप्रोपाइल मिथाइल ईथर की हुंदा है देखो अपने को यही फॉर्मेशन करना दिस इज आइसोप्रोपाइल ग्रुप दिस इज मिथाइल ग्रुप राइट साइड ਤੇ ਲੱਗਿਆ ਹੈ ਇਹੀ ਆਪਾਂ ਫਾਰਮ ਕਰਨਾ ਹੈ ਤਾਂ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਕੀ ਕਰ ਸਕਦੇ ਹਾਂ ਫਾਰਮ ਕਰ ਸਕਦੇ ਹਾਂ ਹਨਾ ਹੁਣ ਇਹੀ ਕੀ ਕਰਨਾ ਹੈ ਆਪਾਂ ਚੈੱਕ ਕਰਨਾ ਹੈ ਇਹ ਈਥਰ ਦੀ ਫਾਰਮੇਸ਼ਨ ਦੀ ਰਿਐਕਸ਼ਨ ਹੈ ਇਸ ਤੋਂ ਆਪੋਜ਼ਿਟ ਚੀਜ਼ ਹੋ ਜਾਂਦੀ ਹੈ ਕਿ ਇੱਥੇ ਪਹਿਲਾਂ ਆਪਾਂ ਈਥਰ ਦੀ ਰਿਐਕਸ਼ਨ HI ਦੇ ਨਾਲ ਕਰ ਰਹੇ ਸੀ ਹੁਣ ਇਹਦੀ ਰਿਐਕਸ਼ਨ ਫਾਰਮੇਸ਼ਨ ਹੋ ਰਹੀ ਹੈ ਕਿ ਆਪਾਂ ਕੁਐਸਚਨ ਨੰਬਰ 50 ਦੇ ਵਿੱਚ ਹੈ ਨਾ ਕਿ ਈਥਰ ਫਾਰਮੇਸ਼ਨ ਕਰਨੀ ਹੈ ਕਿੱਦਾਂ ਕਰ ਸਕਦੇ ਹੋ ਇਹ ਚੀਜ਼ ਸਮਝਣੀ ਹੈ ਤਾਂ ਇਸ ਰਿਐਕਸ਼ਨ ਦੇ ਲਈ ਦੇਖੋ ਆਪਣੇ ਕੋਲ ਕੀ ਗਿਵਨ ਹੈ CH3I in the presence of your system ਆਪਣੇ ਕੋਲ ABCD ਆਪਸ਼ਨਸ ਗਿਵਨ ਨੇ ਆਪਾਂ ਇੱਕ ਇੱਕ ਕਰਕੇ ਸਾਰੇ ਆਪਸ਼ਨਸ ਨੂੰ ਕੀ ਕਰਦੇ ਹਾਂ ਇੱਥੇ ਐਕਸਪਲੋਰ ਕਰਦੇ ਹਾਂ ਤਾਂ ਆਪਾਂ ਇੱਕ ਇੱਕ ਆਪਸ਼ਨਸ ਨੂੰ ਕੀ ਕਰਦੇ ਨੇ ਇੱਥੇ ਸੋਲਵ ਆਊਟ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਇਹਨੂੰ ਕਿੱਦਾਂ ਕੀ ਕਰ ਸਕਦੇ ਹਾਂ ਫਾਰਮ ਕਰ ਸਕਦੇ ਹਾਂ ਤਾਂ ਕੁਐਸਚਨ ਨੰਬਰ 50 ਨੂੰ ਧਿਆਨ ਨਾਲ ਦੇਖੋ ਸਮਝੋ ਕੁਐਸਚਨ ਨੰਬਰ 50 ਦੇ ਵਿੱਚ ਦੇਖੋ ਪਹਿਲੇ ਆਪਸ਼ਨ ਦੇ ਵਿੱਚ ਕੀ ਗਿਵਨ ਹੈ ਤੁਹਾਡੇ ਕੋਲੇ CH3I प्लस ਤੁਹਾਡੇ ਕੋਲ ਕੀ ਗਿਵਨ ਹੈ ਤੁਹਾਡੇ ਕੋਲੇ that is ਆਈਸੋਪ੍ਰੋਪਾਈਲ ਐਲਕੋਹਲ ਗਿਵਨ ਹੈ ਕਿ ਇਹ ਰਿਐਕਸ਼ਨ ਨਾਲ ਤੁਸੀਂ ਰਿਐਕਸ਼ਨ ਪ੍ਰੋਸੀਡ ਕਰਕੇ ਤੁਸੀਂ ਆਪਣੇ ਆਈਸੋਪ੍ਰੋਪਾਈਲ ਈਥਰ ਦੀ ਫਾਰਮੇਸ਼ਨ ਕਰ ਸਕਦੇ ਹੋ ਤਾਂ ਦੇਖੋ ਇੱਥੇ ਕੀ ਹੈ ਆਪਣੇ ਕੋਲੇ ਕੋਈ ਐਸਿਡਿਕ ਮੀਡੀਅਮ ਪ੍ਰੋਵਾਈਡਡ ਨਹੀਂ ਹੈ ਹੈਨਾ ਤਾਂ ਆਪਾਂ ਇਹ ਅਸਿਊਮ ਕਰ ਸਕਦੇ ਹਾਂ ਕਿ ਜੋ ਐਲਕੋਹਲ ਹੈ ਉਹ ਥੋੜਾ ਐਸਿਡਿਕ ਨੇਚਰ ਦਾ ਹੋ ਸਕਦਾ ਹੈ ਅਗਰ ਆਪਣੇ ਕੋਲ ਇੱਥੇ ਬੇਸ ਗਿਵਨ ਹੁੰਦਾ ਦੇਖੋ ਆਪਣੇ ਇਹਨਾਂ ਨੇ ਪੁੱਛਿਆ ਹੈ ਬੈਸਟ ਮੈਥਡ ਆਪਾਂ ਕੀ ਕਰਨਾ ਹੈ ਚੂਜ਼ ਕਰਨਾ ਹੈ ਗਿਵਨ ਆਪਸ਼ਨ ਦੇ ਵਿੱਚੋਂ ਤਾਂ ਅਗਰ ਆਪਣੇ ਕੋਲ ਇੱਥੇ ਕੋਈ ਬੇਸ ਗਿਵਨ ਹੁੰਦਾ ਦੈਟ ਕੈਨ ਅਟੈਕ ਉਹ ਕੀ ਕਰਦਾ ਇੱਥੇ ਹਾਈਡਰੋਜਨ ਨੂੰ ਅਬਸਟ੍ਰੈਕਟ ਕਰਵਾ ਲੈਂਦਾ ਆਕਸੀਜਨ ਤੇ 네ਗੇਟਿਵ ਚਾਰਜ ਆਂਦਾ ਆਕਸੀਜਨ ਦਾ 네ਗੇਟਿਵ ਚਾਰਜ ਈਜ਼ੀਲੀ ਕਾਰਬਨ ਤੇ ਅਟੈਕ ਕਰ ਦਿੰਦਾ ਔਰ ਆਇਓਡੀਨ ਨੂੰ ਬਾਹਰ ਕਰ ਦਿੰਦਾ ਹੈ ਨਾ ਕਿਉਂਕਿ ਇਹਨਾਂ ਵਿੱਚ ਕੀ ਹੈ ਪਾਰਸ਼ੀਅਲ ਪੋਜ਼ਿਟਿਵ ਤੇ ਪਾਰਸ਼ੀਅਲ 네ਗੇਟਿਵ ਚਾਰਜ ਹੈ ਨਾ ਪਰ ਆਪਾਂ ਨੂੰ ਰਿਐਕਸ਼ਨ ਦੇ ਵਿੱਚ ਕਿਤੇ ਵੀ ਬੇਸ ਪ੍ਰੋਵਾਈਡਡ ਨਹੀਂ ਹੈਗਾ ਅਗਰ ਮੈਂ ਇਸ ਦੀ ਸੀ ਆਪਸ਼ਨ ਨੂੰ ਐਕਸਪਲੋਰ ਕਰਾਂ ਤਾਂ ਦੇਖੋ ਸੀ ਆਪਸ਼ਨ ਦੇ ਵਿੱਚ ਆਟੋਮੈਟਿਕਲੀ ਤੁਹਾਡੇ ਕੋਲ ਕੀ ਗਿਵਨ ਹੈ ਤੁਹਾਡੇ ਕੋਲੇ ਨਿਊਕਲੀਓਫਾਈਲ ਮੈਂਸ਼ਨ ਕਰਕੇ ਦਿੱਤਾ ਹੋਇਆ ਇਹਨਾਂ ਨੇ ਨਿਊਕਲੀਓਫਾਈਲ ਦੀ ਫਾਰਮ ਦੇ ਵਿੱਚ ਹੀ ਆਲਰੇਡੀ ਤੁਹਾਡੇ ਕੋਲ ਮੈਂਸ਼ਨ ਕਰਕੇ ਦਿੱਤਾ ਹੋਇਆ O 네ਗੇਟਿਵ ਤਾਂ ਆਪਾਂ ਨੂੰ ਬੈਸਟ ਮੈਥਡ ਚੂਜ਼ ਕਰਨੇ ਦੇਖੋ ਰਿਐਕਸ਼ਨ ਹੋ ਤਾਂ ਜੋ ਤੁਹਾਡੇ ਕੋਲ A ਆਪਸ਼ਨ ਹੈ ਤਾਂ ਇਹਦੇ ਵਿੱਚ ਆਲਰੇਡੀ ਤੁਹਾਡੇ ਕੋਲ 네ਗੇਟਿਵ ਚਾਰਜ ਜਨਰੇਟਡ ਹੈ that can easily attack on your carbon ਕਾਰਬਨ ਤੇ ਅਟੈਕ ਕਰੇਗਾ ਔਰ ਆਇਓਡੀਨ ਨੂੰ ਬਾਹਰ ਨਿਕਾਲ ਦੇਗਾ ਤਾਂ ਤੁਹਾਡੇ ਕੋਲ ਈਜ਼ੀਲੀ ਜੋ ਤੁਹਾਡੇ ਕੋਲ ਪ੍ਰੋਡਕਟ ਬਣੇਗਾ that is your isopropyl methyl ether ਦੀ ਫਾਰਮੇਸ਼ਨ ਹੋ ਜਾਏਗੀ ਹੈ ਨਾ ਦੇਖੋ ਆਪਸ਼ਨ ਤੁਹਾਡੇ ਕੋਲ ਜੋ A ਆਪਸ਼ਨ ਹੈ ਉਹਦੇ ਵਿੱਚ ਵੀ ਪ੍ਰੋਡਕਟ ਫਾਰਮੇਸ਼ਨ ਪੋਸੀਬਲ ਹੈ ਬਟ ਜੋ ਆਪਣੇ ਕੋਲ ਬੈਸਟ ਮੈਥਡ ਹੈ ਉਹ C ਹੈ ਕਿਉਂਕਿ ਇੱਥੇ ਤੁਹਾਡੇ ਕੋਲ 네ਗੇਟਿਵ ਚਾਰਜ ਆਲਰੇਡੀ ਪ੍ਰੈਜ਼ੈਂਟ ਹੈ ਅਟੈਕ ਕਰਨਾ ਈਜ਼ੀ ਰਹੇਗਾ 50 ਦੇ ਵਿੱਚ ਅਗਰ ਮੈਂ A ਆਪਸ਼ਨ ਦੀ ਗੱਲ ਕਰਾਂ ਦੇਖੋ ਇੱਥੇ ਵੀ ਪ੍ਰੋਡਕਟ ਬਣ ਜਾਏਗਾ ਕਿਉਂਕਿ ਆਕਸੀਜਨ ਕੋਲ ਲੋਨ ਪੇਅਰ ਨੇ ਰਿਐਕਸ਼ਨ ਤੇ ਅਟੈਕ ਕਰ ਸਕਦਾ ਹੈ ਔਰ ਆਇਓਡਾਈਨ ਨੂੰ ਬਾਹਰ ਨਿਕਾਲ ਸਕਦਾ ਹੈ ਬਟ ਰਿਐਕਸ਼ਨ ਕੀ ਹੋਏਗੀ ਤੁਹਾਡੀ ਸਲੋ ਹੋਏਗੀ ਕਿਉਂਕਿ ਇੱਥੇ 네ਗੇਟਿਵ ਚਾਰਜ ਪ੍ਰੈਜ਼ੈਂਟ ਨਹੀਂ ਹੈਗਾ ਰਿਐਕਸ਼ਨ ਥੋੜੀ ਸਲੋ ਪ੍ਰੋਸੀਡ ਕਰੇਗੀ ਆਕਸੀਜਨ ਦੇ ਲੋਨ ਪੇਅਰ ਅਟੈਕ ਕਰ ਰਹੇ ਨੇ ਬਟ ਕਿਉਂਕਿ 네ਗੇਟਿਵ ਚਾਰਜ ਜ਼ਿਆਦਾ ਸਟਰੋਂਗ ਇਲੈਕਟ੍ਰੋਫਾਈਲ ਹੁੰਦਾ ਹੈ ਕਿਉਂਕਿ ਉਸਨੇ ਆਪਣੇ ਚਾਰਜ ਨੂੰ ਕੀ ਕਰਨਾ ਹੈ ਨਿਊਟਰਲਾਈਜ਼ ਕਰਨਾ ਹੈ ਚਾਰਜ ਦੀ ਇੰਟੈਂਸਿਟੀ ਜ਼ਿਆਦਾ ਹੈ ਠੀਕ ਹੈ ਲੋਨ ਪੇਅਰ ਕੋਲ ਜੋ ਆਕਸੀਜਨ ਕੋਲ ਲੋਨ ਪੇਅਰ ਪਏ ਨੇ ਨਿਊਟਰਲ ਨੇ ਠੀਕ ਹੈ ਉਹਦੇ ਕੋਲ ਕੋਈ ਚਾਰਜ ਨਹੀਂ ਹੈ ਅਗਰ ਕਿਸੇ ਸਿਸਟਮ ਦੇ ਉੱਪਰ ਚਾਰਜ ਪ੍ਰੈਜ਼ੈਂਟ ਹੈ ਉਹ ਜ਼ਿਆਦਾ ਕੀ ਹੁੰਦਾ ਹੈ ਤੁਹਾਡੇ ਕੋਲੇ ਸਟਰੋਂਗ ਨਿਊਕਲੀਓਫਾਈਲ ਜਾਂ ਬੇਸ ਦੀ ਤਰ੍ਹਾਂ ਐਕਟ ਕਰਦਾ ਹੈ ਇਸੇ ਕਰਕੇ ਸੀ ਆਪਸ਼ਨ ਦੇ ਵਿੱਚ ਰਿਐਕਸ਼ਨ ਬਹੁਤ ਜ਼ਿਆਦਾ ਤਰੀਕੇ ਦੇ ਨਾਲ ਕੀ ਹੋਏਗੀ ਤੁਹਾਡੀ ਫਾਸਟ ਹੋ ਜਾਏਗੀ ਔਰ ਆਨਸਰ ਫਾਰਮ ਕਰ ਦੇਗਾ ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡੇ ਕੋਲੇ ਸੀ ਆਪਸ਼ਨ ਅਗਰ ਮੈਂ ਡੀ ਆਪਸ਼ਨ ਦੀ ਗੱਲ ਕਰਾਂ ਤਾਂ ਦੇਖੋ ਡੀ ਆਪਸ਼ਨ ਦੇ ਵਿੱਚ ਕੀ ਹੈ ਤੁਹਾਡੇ ਕੋਲੇ CH3O 네ਗੇਟਿਵ ਇੱਥੇ ਵੀ 네ਗੇਟਿਵ ਚਾਰਜ ਹੈ ਤੁਸੀਂ ਕਹਿ ਸਕਦੇ ਹੋ ਕਿ ਸਰ ਇੱਥੇ ਵੀ ਪ੍ਰੋਡਕਟ ਫਾਰਮੇਸ਼ਨ ਤੁਹਾਡੀ ਪੋਸੀਬਲ ਹੈ ਤਾਂ ਦੇਖੋ ਇੱਥੇ ਹੁਣ ਦੇਖੋ ਪ੍ਰੋਡਕਟ ਕੀ ਬਣ ਸਕਦਾ ਹੈ ਇੱਥੇ ਧਿਆਨ ਨਾਲ ਸਮਝੋ ਦੇਖੋ I ਦੇ ਉੱਪਰ ਚਾਰਜ ਹੈ 네ਗੇਟਿਵ ਕਾਰਬਨ ਦੇ ਉੱਪਰ ਚਾਰਜ ਹੈ ਡੈਲਟਾ ਪੋਜ਼ਿਟਿਵ ਦੇਖੋ ਜੋ ਇੱਥੇ ਇਹ ਕਾਰਬਨ ਹੈ that is sterically crowded ਹੈ ਸੈਕੰਡਰੀ ਹੈ ਜਿਸ ਕਰਕੇ ਤੁਹਾਡੇ ਨਿਊਕਲੀਓਫਾਈਲ ਦਾ ਅਟੈਕ ਹੋਣਾ ਕੀ ਹੁੰਦਾ ਹੈ ਮੁਸ਼ਕਿਲ ਦੇਖੋ ਨਿਊਕਲੀਓਫਾਈਲ ਅਟੈਕ ਤਾਂ ਹੀ ਕਰ ਸਕਦਾ ਹੈ ਅਗਰ ਸਟੈਰਿਕ ਕਰਾਊਡ ਕੀ ਹੋਵੇ ਘੱਟ ਹੋਏਗਾ ਜਿੰਨਾ ਜ਼ਿਆਦਾ ਸਟੈਰਿਕ ਕਰਾਊਡ ਵੱਧਦਾ ਚਲਾ ਜਾਏਗਾ ਰੇਟ ਆਫ ਰਿਐਕਸ਼ਨ ਓਨੀ ਹੀ ਕੀ ਹੋ ਜਾਏਗੀ ਤੁਹਾਡੀ ਸਲੋ ਹੋ ਜਾਏਗੀ ਤਾਂ 네ਗੇਟਿਵ ਚਾਰਜ ਸਟੈਰਿਕ ਕਰਾਊਡ ਦਿਖ ਰਿਹਾ ਹੈ ਤਾਂ ਰੇਟ ਆਫ ਰਿਐਕਸ਼ਨ ਕੀ ਹੋ ਜਾਏਗੀ ਇੱਥੇ ਅਗੇਨ ਵੈਰੀ ਸਲੋ ਤਾਂ ਵੈਰੀ ਸਲੋ ਰਿਐਕਸ਼ਨ ਹੋਏਗੀ ਪ੍ਰੋਡਕਟ ਬਣ ਜਾਏਗਾ ਪਰ ਬਹੁਤ ਹੀ ਜ਼ਿਆਦਾ ਸਲੋ ਰੇਟ ਤੇ ਬਣੇਗਾ ਹੈ ਨਾ that is why ਆਪਾਂ ਨੂੰ ਤੇ ਪੁੱਛਿਆ ਸੀ ਬੈਸਟ ਮੈਥਡ ਕਿਹੜਾ ਹੈ ਜੋ ਰਿਐਕਸ਼ਨ ਨੂੰ ਈਜ਼ੀਲੀ ਥੋੜਾ ਪ੍ਰੋਸੀਡ ਕਰ ਸਕਦਾ ਹੈ ਤਾਂ ਇਸ ਕੁਐਸਚਨ ਦਾ ਆਨਸਰ ਬਣਨਾ ਸੀ ਤੁਹਾਡਾ ਸੀ ਆਪਸ਼ਨ ਆਈ ਹੋਪ ਕਿ ਦੋਨੋਂ ਕੁਐਸਚਨ ਤੁਹਾਡੇ ਕਲੀਅਰ ਹੋ ਗਏ ਹੋਣਗੇ ਦੋਨੋਂ ਕੁਐਸਚਨ ਈਥਰ ਨਾਲ ਰਿਲੇਟਡ ਸੀ ਇੱਕ ਈਥਰ ਦੀ ਫਾਰਮੇਸ਼ਨ ਦੇ ਨਾਲ ਰਿਲੇਟਡ ਸੀ ਜਿਹਨੂੰ ਆਪਾਂ ਇਸ ਰਿਐਕਸ਼ਨ ਨੂੰ ਦਾ ਨੇਮ ਅਗਰ ਕੋਈ ਬੱਚਾ ਦੱਸ ਸਕਦਾ ਹੈ ਕਿ ਆਪਾਂ ਈਥਰ ਦੀ ਫਾਰਮੇਸ਼ਨ ਕਿੱਦਾਂ ਕਰ ਸਕਦੇ ਹਾਂ ਨੇਮਿੰਗ ਰਿਐਕਸ਼ਨ ਕਿਹੜੀ ਹੁੰਦੀ ਹੈ ਤਾਂ ਕਮੈਂਟ ਸੈਸ਼ਨ 'ਚ ਜ਼ਰੂਰ ਦੱਸਿਓ ਆਪਣਾ
ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ। ਟੈਲੀਗ੍ਰਾਮ ਚੈਨਲ ਦੇ ਵਿੱਚ ਜੁਆਇਨ ਜ਼ਰੂਰ ਕਰ ਲਿਓ, ਦੈਟ ਇਜ਼ ਜਿੰਦਲ ਕੈਮਿਸਟਰੀ ਕਲਾਸਿਸ। ਇਸੇ ਤਰ੍ਹਾਂ ਦੇ ਵੀਡੀਓ ਦੇ ਲਈ ਮੇਰੇ ਚੈਨਲ ਦੇ ਨਾਲ ਜੁੜੇ ਰਹੋ। ਸਟੇ ਬlesed, ਸਟੇ ਟਿਊਨਡ, ਹੈਪੀ ਲਰਨਿੰਗ।